किछ नहीं, जो किछ है सो तेरा। तेरा तुझको सौंपते क्या लागे मेरा। हूँ आया दूरों चल के, मैं तकी तो शरणाए जियो। मैं आशा रखी चित में, मेरा सबो दुख गवाए जियो। सतनाम श्री वाहिगुरु साहिब जी। फरीदा ए विस गंधला, धरिया खंड लिवाड़। एक रहांदे रह गए, एक राधी गए उजाड़। हरिदा चार गवाया हंड के, चार गवाया सम। लेखा रब मंगेसिया, तू आहों केरे कम। फरीदा दर दर बाजे जाए कै, क्यों डिठो घड़ियाल। एह निर्दोषां मारिए, हम दोषां दा क्या हाल। घड़िए घड़िए मारिए, पहरी लह सजाए। सो हेड़ा घड़ियाल ज्यों, दुखी रैन बिहाए। सो हेड़ा घड़ियाल ज्यों, दुखी रैन बिहाए। वाहिगुरु जी का खालसा, वाहिगुरु जी की फतेह। जुगों जुग अटल शब्द गुरु बाणी के बोहित। पड़थक हर धन धन साहिब श्री गुरु ग्रंथ साहब महाराज जी दी पावन पवित्र हजूरी दे विच गुरु साहब जी दी अपार कृपा सदका बाबा फरीद जी दे सलोकां दी लड़ीवार विचार, जो बाबा फरीद जी का संदेश है, वो निमाणा जिहा जतन है कि आप संगतां दे घर घर तक ये विचार पहुँचाई जावे, ताकि संगतां घर विच बैठ के गुरु पिता जी की बख्शी ये पावन विचार नाल जुड़ के अपने जीवन के फलसफे नूं समझ सकन। सो बाबा फरीद जी ने कृपा की है, पावन वचनां दे राहीं सानू समझाना कीता है कि मनुख दुनिया के ये जिहड़े पदार्थ ने जो जहर दे नाल
ਭਰੇ ਹੋਏ ਹਨ। ਇਹ ਜ਼ਹਿਰ ਦੀਆਂ ਪੰਡਾਂ ਨੇ, ਗੰਧਲਾਂ ਨੇ, ਔਰ ਇਹਨਾਂ ਗੰਧਲਾਂ ਦੇ ਵਿੱਚ ਮਨੁੱਖ ਜਿਹੜਾ ਹੈ ਉਹ ਲੱਗਿਆ ਹੋਇਆ ਹੈ। ਦੇਖਣ ਨੂੰ ਬੜੀ ਸਵਾਦਲੀਆਂ ਲੱਗਦੀਆਂ ਹਨ, ਪਰ ਸੰਸਾਰ ਦੀਆਂ ਇਹ ਵਿਸ ਗੰਧਲਾਂ, ਸੰਸਾਰ ਦੇ ਇਹ ਪਦਾਰਥ ਬਾਬਾ ਫਰੀਦ ਜੀ ਆਖ ਰਹੇ ਬੜੇ ਹੀ ਦੁਖਦਾਈ ਨੇ। ਸੋ ਆਓ ਇਹਨਾਂ ਵਚਨਾਂ ਨੂੰ ਸਮਝਣ ਦਾ ਯਤਨ ਕਰਦੇ ਹਾਂ। ਪਿਆਰ ਨਾਲ ਗੁਰਮੰਤਰ ਦੀ ਸਾਂਝ ਕਰੋ। ਆਖੋ ਜੀ ਸਤਨਾਮ ਵਾਹਿਗੁਰੂ। ਫਿਰ ਕਰੋ ਕਿਰਪਾ। ਸਤ ਵਾਹਿਗੁਰੂ। ਬਾਬਾ ਫਰੀਦ ਜੀ ਇਸ ਸੰਸਾਰ ਨੂੰ ਸਮਝਾ ਰਹੇ ਹਨ। ਆਖ ਰਹੇ ਹਨ ਕਿ ਇਹ ਫਰੀਦ, ਇਹ ਦੁਨੀਆ ਦੇ ਜਿਹੜੇ ਪਦਾਰਥ ਨੇ, ਦੁਨੀਆ ਦੀਆਂ ਜਿਹੜੀਆਂ ਵਸਤੂਆਂ ਨੇ, ਇਹ ਸਾਰੇ ਦੇ ਸਾਰੇ ਪਦਾਰਥ ਜਿਹੜੇ ਨੇ ਉਹ ਜ਼ਹਿਰ ਨਾਲ ਭਰੇ ਹੋਏ ਨੇ। ਇਹ ਜ਼ਹਿਰ ਦੀਆਂ ਭਰੀਆਂ ਹੋਈਆਂ ਵਿਸ ਗੰਧਲਾਂ ਨੇ, ਔਰ ਜਿਨ੍ਹਾਂ ਦੇ ਪਿੱਛੇ ਮਨੁੱਖ ਲੱਗਿਆ ਹੋਇਆ ਹੈ। ਸੱਚ ਜਾਣਨਾ ਜਿਵੇਂ ਕੈਪਸੂਲ ਅੰਦਰੋਂ ਕੋੜਾ ਹੁੰਦਾ ਹੈ, ਪਰ ਬਾਹਰਲੇ ਪਾਸੋਂ ਕਵਰ ਚਾੜਿਆ ਹੁੰਦਾ ਹੈ ਤੇ ਖਾਣ ਨੂੰ ਕੋੜਾ ਨਹੀਂ ਲੱਗਦਾ। ਇਸ ਤਰ੍ਹਾਂ ਹੀ ਬਾਬਾ ਫਰੀਦ ਜੀ ਕਹਿੰਦੇ ਨੇ, ਦੁਨੀਆ ਦੇ ਜਿਹੜੇ ਪਦਾਰਥ ਨੇ, ਸੰਸਾਰ ਦੀਆਂ ਜਿਹੜੀਆਂ ਵਸਤੂਆਂ ਨੇ, ਇਹ ਸੱਚਮੁੱਚ ਜ਼ਹਿਰ ਨਾਲ ਭਰੀਆਂ ਹੋਈਆਂ ਗੰਧਲਾਂ ਹਨ, ਜਿਹੜੀਆਂ ਦੇਖਣ ਨੂੰ ਤੇ ਬੜੀਆਂ ਸਵਾਦਲੀਆਂ ਲੱਗਦੀਆਂ ਹਨ, ਪਰ ਸੱਚ ਇਹ ਹੈ, ਇਹ ਹੈਨ ਬੜੀ ਦੁਖਦਾਈ। ਕਿਉਂਕਿ ਮਨੁੱਖ ਜਦੋਂ ਇਹਨਾਂ ਪਦਾਰਥਾਂ ਨੂੰ ਭੋਗਦਾ ਹੈ, ਇਹਨਾਂ ਪਦਾਰਥਾਂ ਦੇ ਨਾਲ ਜੁੜਦਾ ਹੈ, ਤਾਂ ਇਹ ਜਿਹੜੇ ਪਦਾਰਥ ਨੇ ਸੰਸਾਰ ਦੇ, ਇਹ ਆਖਰ ਦੇ ਵਿੱਚ ਮਨੁੱਖ ਨੂੰ ਦੁਖਦਾਈ ਹੁੰਦੇ ਹਨ। ਜਦੋਂ ਖਾਂਦਾ ਉਸ ਵੇਲੇ ਬਾਬਾ ਫਰੀਦ ਜੀ ਕਹਿੰਦੇ ਨੇ ਬੜੇ ਮਿੱਠੇ ਲੱਗਦੇ ਨੇ। ਫਰੀਦ ਦਾ ਇਹ ਵਿਸ ਗੰਧਲਾਂ ਧਰੀਆਂ ਖੰਡ ਲਿਵਾੜ, ਜੋ ਖੰਡ ਨਾਲ ਗਲੇਫੀਆਂ ਹੋਈਆਂ ਹਨ। ਜਿਵੇਂ ਕਿ ਆਪਾਂ ਦੇਖਦੇ ਹਾਂ ਅੰਦਰ ਕੋਈ ਸਮਾਨ ਬਣਾਈਏ, ਕੋੜਾ ਹੋਵੇ, ਨਿੰਮ ਦੀ ਗੋਲੀ, ਔਰ ਉੱਪਰੋਂ ਮਿੱਠੀ ਚੀਜ਼ ਕੋਈ ਕਬਰ ਚਾੜ ਦਈਏ, ਉਹ ਖਾਣ ਨੂੰ ਮਿੱਠੀ ਲੱਗਦੀ ਹੈ ਪਰ ਅੰਦਰੋਂ ਹੈ ਕੋੜੀ। ਇਸ ਤਰ੍ਹਾਂ ਹੀ ਇਹ ਸੰਸਾਰ ਦੇ ਜਿਹੜੇ ਪਦਾਰਥ ਨੇ, ਮਾਇਆ ਦਾ ਜਿਹੜਾ ਮੋਹ ਹੈ, ਇਹ ਸੰਸਾਰ ਦੇ ਜੀਵਾਂ ਨੂੰ ਲੱਗਦਾ ਬੜਾ ਪਿਆਰਾ ਹੈ, ਪਰ ਅੰਤ ਜਦੋਂ ਇਹਨਾਂ ਪਦਾਰਥਾਂ ਵਿੱਚ ਕੋਈ ਗਲਤਾਨ ਹੋ ਜਾਂਦਾ ਹੈ ਤੇ ਇਹ ਦੁੱਖ ਦਿੰਦੇ ਹਨ। ਇਸ ਕਰਕੇ ਹੀ ਸਤਿਗੁਰ ਨੇ ਕਿਹਾ ਸੀ ਕਿ ਖਾਂਦਿਆਂ ਮੂੰਹ ਘੱਟਾ, ਪਹਿਨਦਿਆਂ ਸਭ ਅੰਗ। ਇਹਨਾਂ ਪਦਾਰਥਾਂ ਨੂੰ ਭੋਗਦਿਆਂ ਸਾਡਾ ਮੂੰਹ ਜਿਹੜਾ ਸੀ ਉਹ ਕਮਜ਼ੋਰ ਪੈ ਗਿਆ, ਸਾਡੇ ਦੰਦ ਜਿਹੜੇ ਟੁੱਟ ਗਏ, ਰੋਟੀਆਂ ਚਬਾਣੀਆਂ ਔਖੀਆਂ ਹੋ ਗਈਆਂ। ਔਰ ਸੱਚ ਜਾਣਨਾ, ਇਹ ਸੰਸਾਰ ਦੇ ਪਦਾਰਥ ਉੱਥੇ ਹੀ ਰਹਿ ਜਾਂਦੇ ਹਨ, ਪਰ ਅਸੀਂ ਇੱਕ ਦਿਨ ਸੰਸਾਰ ਨੂੰ ਤਿਆਗ ਕੇ ਚਲੇ ਜਾਂਦੇ ਹਾਂ। ਬਾਬਾ ਫਰੀਦ ਜੀ ਕਹਿੰਦੇ ਸੰਸਾਰ ਦੇ ਜਿਹੜੇ ਪਦਾਰਥ ਨੇ ਇਹ ਸਦੀਵ ਕਾਲ ਨਹੀਂ ਰਹਿੰਦੇ, ਪਰ ਮਨੁੱਖ ਜਦੋਂ ਇਹਨਾਂ ਨੂੰ ਛਕਦਾ ਹੈ, ਇਹਨਾਂ ਨੂੰ ਭੋਗਦਾ ਹੈ, ਬੜੇ ਸਵਾਦਲੇ ਕਰਕੇ ਖਾਂਦਾ ਹੈ। ਤੇ ਮਹਾਰਾਜ ਕਹਿੰਦੇ ਨੇ ਮਿੱਠਾ ਕਰਕੇ ਖਾਇਆ, ਕੋੜਾ ਉਪਜਿਆ ਸਾਧ। ਪਦਾਰਥਾਂ ਨੂੰ ਮਿੱਠੇ ਕਰਕੇ ਭੋਗਦਾ ਪਰ ਅੰਤ ਕੋੜਾ, ਦੁੱਖ। ਮਨੁ ਕਹਿੰਦਾ ਕਿਤੇ ਨਾ ਭੋਗਦਾ ਤੇ ਇਹ ਦੁੱਖ ਨਹੀਂ ਸੀ ਹੋਣਾ, ਇਹ ਨਾ ਭੋਗਦਾ ਤੇ ਇਹ ਬਿਮਾਰੀ ਨਹੀਂ ਸੀ ਹੋਣੀ। ਪਰ ਜਦੋਂ ਮਨੁੱਖ ਭੋਗ ਰਿਹਾ ਤੇ ਬੜਾ ਸਵਾਦ ਲੈ ਲੈ ਕੇ ਭੋਗ ਰਿਹਾ। ਬਾਬਾ ਫਰੀਦ ਜੀ ਨੇ ਸਾਰੇ ਮੁਕੰਮਲ ਪਦਾਰਥਾਂ ਦੀ ਗੱਲ ਇੱਥੇ ਕੀਤੀ, ਔਰ ਸੰਸਾਰ ਦੇ ਲੋਕਾਂ ਨੂੰ ਇਹ ਗੱਲ ਸਮਝਾਈਏ ਕਿ ਇਹ ਜਿਹੜੇ ਪਦਾਰਥ ਨੇ ਮਨੁੱਖ ਨੂੰ ਅਤ ਦੁਖੀ ਕਰਦੇ ਹਨ। ਜਿਵੇਂ ਕਿ ਕੋਈ ਮਿੱਠਾ ਛਕ ਰਿਹਾ ਔਰ ਜਦੋਂ ਉਸ ਨੂੰ ਸ਼ੂਗਰ ਹੋ ਜਾਂਦੀ ਹੈ ਫਿਰ ਉਹ, ਇਸ ਤਰ੍ਹਾਂ ਹੀ ਕਈ ਵਾਰੀ ਜੋ ਨਮਕੀਨ ਛਕ ਰਿਹਾ ਤੇ ਜਦੋਂ BP ਵੱਧ ਜਾਂਦਾ ਫਿਰ ਉਸ ਨੂੰ ਦੁਖਦਾਈ ਹੋ ਜਾਂਦਾ। ਬਾਬਾ ਫਰੀਦ ਜੀ ਮੁਕੰਮਲ ਤੌਰ ਤੋਂ ਸੰਸਾਰ ਦੇ ਵਿੱਚ ਜਿਤਨੇ ਵੀ ਪਦਾਰਥ ਨੇ, ਇਹਨਾਂ ਸਾਰੇ ਪਦਾਰਥਾਂ ਨੂੰ ਭੋਗਣ ਵਾਲਿਆਂ ਨੂੰ ਸਮਝਾ ਰਹੇ ਹਨ ਕਿ ਭਾਈ ਪਦਾਰਥ ਕਿਸੇ ਲਿਮਿਟ ਦੇ ਵਿੱਚ ਭੋਗੋ। ਕਿਉਂਕਿ ਗੁਰਬਾਣੀ ਨੇ ਇਹ ਨਿਰਣਾ ਸਾਨੂੰ ਦਿੱਤਾ ਹੈ ਕਿ ਸਿੱਖ ਉਹ ਹੈ ਜਿਹੜਾ ਥੋੜਾ ਖਾਂਦਾ ਹੈ ਤੇ ਥੋੜਾ ਸੁਣਦਾ ਹੈ।
ਔਰ ਇੱਥੇ ਤੱਕ ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਸਮਝਾਇਆ ਕਿ ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਜਿਤ ਖਾਧੈ ਤਨ ਪੀੜੀਐ, ਮਨ ਮੈਂ ਚੱਲੈ ਵਿਕਾਰ। ਉਸ ਸਿੱਖ ਨੇ ਖਾਣਾ ਹੀ ਨਹੀਂ ਇਹਨੂੰ ਖਾ ਕੇ ਮਨ ਦੇ ਵਿੱਚ ਵਿਕਾਰ ਚੱਲਣ ਤੇ ਪੀੜਾ ਦਰਦ ਪੈਦਾ ਹੋਵੇ, ਦੁੱਖ ਹੋਣ। ਪਰ ਕੌਣ ਸਮਝਾਏ? ਬਾਬਾ ਸੰਸਾਰ ਸਮਝਦਾ ਨਹੀਂ ਹੈ। ਸੰਸਾਰ ਇਹਨਾਂ ਪਦਾਰਥਾਂ ਵਿੱਚ ਹੀ ਗਲਤਾਨ ਹੈ। ਇੱਥੇ ਤੱਕ ਗੁਰਮਤਿ ਨੇ ਸਾਨੂੰ ਸਮਝਾਇਆ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਕਿ ਸੇਵ ਕੀਤੀ ਸੰਤੋਖਈ, ਜਿਨੀ ਸੱਚੋ ਸੱਚ ਧਿਆਇਆ, ਓਨੀ ਮਨ ਦੇ ਪੈਰ ਨਾ ਰੱਖਿਓ, ਕਰ ਸੁਖ ਦੇ ਧਰਮ ਕਮਾਇਆ, ਓਨੀ ਦੁਨੀਆ ਤੋੜੇ ਬੰਦ ਨਾ ਅੰਨ ਪਾਣੀ ਥੋੜਾ ਖਾਇਆ। ਜਦੋਂ ਪਦਾਰਥ ਭੋਗਣ ਦੀ ਗੱਲ ਆਈ ਨਾ ਤੇ ਸਤਿਗੁਰ ਨੇ ਲਿਮਟ ਦੱਸੀ, ਕਿਉਂਕਿ ਕੋਈ ਵੀ ਪਦਾਰਥ ਜਦੋਂ ਆਪਾਂ ਜ਼ਿਆਦਾ ਭੋਗਦੇ ਹਾਂ, ਲਿਮਟ ਤੋਂ ਵੱਧ ਉਸ ਨੂੰ ਜੀਵਨ ਵਿੱਚ ਵਰਤਦੇ ਹਾਂ, ਤੇ ਬਾਬਾ ਫਰੀਦ ਜੀ ਕਹਿੰਦੇ ਉਹ ਦੁਖਦਾਈ ਹੁੰਦਾ ਹੈ। ਤੇ ਬਾਬਾ ਫਰੀਦ ਜੀ ਇੱਕ ਗੱਲ ਦੱਸੋ ਕਿ ਇਹਨਾਂ ਪਦਾਰਥਾਂ ਵਿੱਚੋਂ ਕੋਈ ਨਿਕਲਦਾ ਵੀ ਹੈ? ਆਖਣ ਲੱਗੇ ਨਹੀਂ। ਇੱਕ ਰਹਾਨ ਦੇ ਰਹਿ ਗਏ, ਇੱਕ ਰਾਧੀ ਗਏ ਉਜਾੜ। ਆਖਣ ਲੱਗੇ ਬਾਬਾ ਫਰੀਦ ਜੀ ਇਹਨਾਂ ਗੰਦਲਾਂ ਨੂੰ ਕਈ ਬੀਜਦੇ ਹੀ ਮਰ ਗਏ, ਔਰ ਕਿ ਕਈ ਪਦਾਰਥ ਇਕੱਠੇ ਕਰਨ ਵਾਸਤੇ ਲੱਗੇ ਰਹੇ। ਇਹ ਵੀ ਇਕੱਠਾ ਕਰ ਲਵਾਂ, ਇਹ ਵੀ ਇਕੱਠਾ ਕਰ ਲਵਾਂ। ਇਹਨਾਂ ਵਿਸ ਗੰਦਲਾਂ ਨੂੰ ਕਈਆਂ ਨੇ ਯਤਨ ਕੀਤਾ, ਇਹ ਵੀ ਭੋਗ ਲਵਾਂ, ਇਹ ਵੀ ਭੋਗ ਲਵਾਂ। ਪਰ ਜੋ ਉਹ ਇਕੱਠੇ ਕਰਦੇ ਰਹਿ ਗਏ ਤੇ ਇਕੱਠੇ ਕਰਦੇ ਕਰਦੇ ਇੱਕ ਦਿਨ ਸੰਸਾਰ ਤੋਂ ਰੁਖਸਤ ਹੋ ਗਏ, ਸੰਸਾਰ ਤੋਂ ਚਲੇ ਗਏ। ਇਕੱਠੇ ਤਾਂ ਇਸ ਕਰਕੇ ਕੀਤੇ ਸੀ, ਬਾਬਾ ਫਿਰ ਜੀ ਕਹਿੰਦੇ ਕਿ ਇਹਨੂੰ ਭੋਗ ਦੇਵਾਂਗੇ। ਔਰ ਕਈ ਵਾਰੀ ਮਨੁੱਖ ਨਾਲ ਐਸਾ ਹੀ ਹੁੰਦਾ ਹੈ ਕਿ ਉਹ ਬੰਦਾ ਕਹਿੰਦਾ ਵੀ ਧਨ ਇਕੱਠਾ ਕਰ ਲੈਂਦਾ, ਬਾਅਦ ਮੇਰੇ ਕੰਮ ਆਵੇਗਾ। ਉਸਨੂੰ ਸਤਿਗੁਰ ਨੇ ਬਾਣੀ 'ਚ ਆਖਿਆ ਕਿ ਸੋਮੈ ਧਨ ਰਾਖਣ ਕੋ ਦਿਆ, ਮੁਗਧ ਕਹਿ ਧਨ ਮੇਰਾ। ਇਹ ਧਨ ਮੇਰੇ ਮਾਲਕ ਨੇ ਵਰਤਣ ਵਾਸਤੇ ਦਿੱਤਾ ਸੀ, ਪਰ ਮੂਰਖ ਬੰਦਾ ਕਹਿੰਦਾ ਇਹ ਮੇਰਾ। ਉਸਨੂੰ ਕਦੀ ਵਰਤਦਾ ਨਹੀਂ, ਉਸਨੂੰ ਕਦੀ ਸਹੀ ਤਰੀਕੇ ਦੇ ਨਾਲ ਜੀਵਨ ਦੇ ਵਿੱਚ ਉਸ ਤੋਂ ਆਨੰਦ ਨਹੀਂ ਲੈਂਦਾ, ਜੀਵਨ ਨੂੰ ਆਨੰਦਿਤ ਨਹੀਂ ਕਰਦਾ। ਸਗੋਂ ਕਹਿੰਦਾ ਕਿ ਧਨ ਮੇਰਾ 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 ਕਰਕੇ ਜੋੜੀ ਜਾਂਦਾ ਹੈ, ਇਕੱਠਾ ਕਰੀ ਜਾਂਦਾ ਹੈ। ਪਰ ਅੰਤ ਕੀ ਹੁੰਦਾ ਹੈ ਕਿ ਉਹ ਸਭ ਇੱਥੇ ਹੀ ਰੱਖਿਆ ਰਹਿ ਜਾਂਦਾ ਹੈ। ਬਾਬਾ ਫਰੀਦ ਜੀ ਕਹਿੰਦੇ ਇੱਕ ਰਹਾਨ ਦੇ ਰਹਿ ਗਏ, ਇਹਨਾਂ ਗੰਦਲਾਂ ਨੂੰ ਕਈ ਬੀਜਦੇ ਹੀ ਮਰ ਗਏ, ਤੇ ਇੱਕ ਰਾਧੀ ਗਏ ਉਜਾੜ। ਤੇ ਕਈ ਜਿਹੜੇ ਨੇ ਬੀਜਿਆਂ ਹੀ ਵਿੱਚੋਂ ਛੱਡ ਕੇ ਚਲੇ ਗਏ। ਕਈ ਨੇ ਬੀਜਿਆ ਤੇ ਸੀ, ਧਨ ਇਕੱਠਾ ਕੀਤਾ ਸੀ, ਪਰ ਵਿੱਚ ਹੀ ਛੱਡ ਕੇ ਚਲੇ ਗਏ। ਉਹਨਾਂ ਨੂੰ ਮੌਕਾ ਹੀ ਨਹੀਂ ਲੱਗਿਆ ਬਿਲਕੁਲ ਵੀ। ਪਰ ਕੁਝ ਐਸੇ ਹੀ ਨੇ ਜਿਨ੍ਹਾਂ ਨੇ ਕੇਵਲ ਇਕੱਠੇ ਹੀ ਕੀਤੇ ਸੀ, ਇਹਦੇ ਭੋਗਣ ਦਾ ਵੀ ਮੌਕਾ ਨਹੀਂ ਮਿਲਿਆ, ਸੰਸਾਰ ਤੋਂ ਰੁਖਸਤ ਹੋ ਕੇ ਚਲੇ ਗਏ। ਇਸ ਕਰਕੇ ਬਾਬਾ ਜੀ ਕਹਿ ਰਹੇ ਨੇ ਕਿ ਸੰਸਾਰ ਦੇ ਜਿਹੜੇ ਪਦਾਰਥ ਨੇ ਭਾਈ, ਕਿਤੇ ਐਸਾ ਨਾ ਹੋਵੇ ਕਿ ਬੀਜੀ ਹੋਈ ਇਹ ਖੇਤੀ ਜਿਹੜੀ ਹੈ ਵਿਕਾਰਾਂ ਦੀ, ਭੋਗਾਂ ਦੀ, ਪਦਾਰਥਾਂ ਦੀ, ਕਿਤੇ ਨਿਕਸਮੀ ਛੱਡ ਕੇ ਤੈਨੂੰ ਸੰਸਾਰ ਤੋਂ ਜਾਣਾ ਨਾ ਪੈ ਜਾਏ। ਕਦੀ ਤੂੰ ਇਹਨਾਂ ਨੂੰ ਇਕੱਠੇ ਕਰਦਾ ਰਹੇ ਔਰ ਤੈਨੂੰ ਜਾਣਾ ਪਵੇ। ਅਸਲ ਇਹੀ ਗੱਲ ਹੈ ਕਿ ਨਿਖਸਮੇ ਹੋ ਕੇ ਅਸੀਂ ਸੰਸਾਰ ਦੇ ਵਿੱਚੋਂ ਚਲੇ ਜਾਂਦੇ ਹਾਂ। ਕਿਉਂਕਿ ਜਿਹੜੇ ਪਦਾਰਥ ਨੇ, ਜਿਹੜੀਆਂ ਵਸਤੂਆਂ ਨੇ, ਕਬੀਰ ਸਾਹਿਬ ਜੀ ਨੇ ਬੜਾ ਸੋਹਣਾ ਨਿਰਣਾ ਦਿੱਤਾ, ਖਸਮ ਮਰੈ ਤੋ ਨਾਰ ਨਾ ਰੋਵੈ, ਉਸ ਰਖਵਾਰਾ ਉਹ ਰੋ ਹੋਵੈ। ਜਦੋਂ ਮਾਲਕ ਮਰ ਜਾਂਦਾ ਨਾ, ਗੱਡੀ ਦਾ ਮਾਲਕ, ਘਰ ਦਾ ਮਾਲਕ, ਸੋਨੇ ਦਾ ਮਾਲਕ, ਖਸਮ ਖਸਮ ਕਹਿੰਦੇ ਨੇ ਮਾਲਕ ਨੂੰ। ਉਹ ਜਿਹੜੀ ਪ੍ਰੋਪਰਟੀ ਹੈ, ਜਿਹੜੇ ਪਦਾਰਥ ਨਹੀਂ ਵੇਖਿਆ ਹੋਏਗਾ ਕਿ ਕਿਸੇ ਬੰਦੇ ਨੂੰ ਕਿਸੇ ਦੀ ਕਾਰ ਰੋ ਰਹੀ ਹੋਵੇ। ਅੱਜ ਤੱਕ ਉਹ ਘਰ ਰੋ ਰਿਹਾ ਹੋਵੇ ਵੀ ਇਸ ਘਰ ਦਾ ਮਾਲਕ ਚਲਾ ਗਿਆ। ਸੋਨਾ ਘਰ ਦੇ ਵਿੱਚ ਭਾਵੇਂ ਜਿਤਨਾ ਮਰਜ਼ੀ ਪਿਆ, ਕਦੀ ਸੋਨਾ ਚਲਾ ਗਿਆ। ਜਿਸ ਨੇ ਮੈਨੂੰ ਇਕੱਠਾ ਕੀਤਾ ਸੀ ਉਹ ਕਦੀ ਨਹੀਂ ਰੋਂਦਾ। ਇਸ ਕਰਕੇ ਇਸ ਨੂੰ ਉਜਾੜਦੇ ਨੇ, ਪਾਓ ਕਿ ਵਿਚਕਾਰ ਨੇ ਖਸਮੀ ਛੱਡ ਕੇ ਸੰਸਾਰ ਤੋਂ ਚਲੇ ਜਾਂਦੇ ਨੇ, ਨਾ ਆਪਣੇ ਕੰਮ ਆਇਆ। ਤੇ ਕਈ ਤੇ ਬੰਦੇ ਐਸਾ ਕਰਦੇ ਨੇ ਨਾ, ਨਿਖਸਮੀ ਹੋਵੇ। ਕਈ ਬੰਦੇ ਮੈਂ ਜਗਤ ਵਿੱਚ ਐਸੇ ਵੀ ਦੇਖੇ ਨੇ ਜਿਨ੍ਹਾਂ ਦੇ ਬੱਚੇ ਆ ਕੇ ਦੱਸਦੇ ਸਨ ਕਿ ਸਾਡੇ ਬਾਪੂ ਕੋਲ ਪੈਸਾ ਬੜਾ ਸੀ, ਪਤਾ ਨਹੀਂ ਕਿੱਥੇ ਵੰਡਿਆ ਹੋਇਆ ਸੀ, ਹੁਣ ਖਸਮ ਉਸਦਾ ਕੋਈ ਹੈ ਨਹੀਂ। ਪੁਰਾਤਨ ਸਮਾਂ ਸੀ ਕਦੀ ਕਿ ਲੋਕ ਸੋਨਾ ਚਾਂਦੀ ਜ਼ਮੀਨ ਦੇ ਵਿੱਚ ਦੱਬ ਦਿੰਦੇ ਸਨ। ਤੇ ਕਈ ਵਾਰੀ ਕੀ ਹੁੰਦਾ ਸੀ ਕਿ ਜ਼ਮੀਨ ਵਿੱਚ ਦੱਬਿਆ ਹੋਇਆ ਜਿਹੜਾ ਸੋਨਾ ਹੁੰਦਾ ਸੀ, ਜਦੋਂ ਮਾਲਕ ਮਰ ਜਾਂਦਾ ਸੀ ਤੇ ਉਹ ਨਿਖਸਮਾਂ ਪਿਆ ਰਹਿ ਜਾਂਦਾ ਸੀ, ਉਹ ਕਿਸੇ ਦੇ ਕੰਮ ਨਹੀਂ ਸੀ ਆਉਂਦਾ। ਕਿਉਂਕਿ ਬੱਚਿਆਂ ਨੂੰ ਪਤਾ ਹੁੰਦਾ ਨਹੀਂ ਸੀ ਤੇ ਉਹ ਉਸ ਜ਼ਮੀਨ ਦੇ ਵਿੱਚ ਹੀ ਨੱਪਿਆ ਰਹਿ ਜਾਂਦਾ ਸੀ।
एक मेरे मित्र हुंदे सन ते उन्हां नूं होए सन, पर वो कदी अपने नहीं सी दसदे इत्थे पैसे दिते हुए ने। सारा पैसा ब्याज ते चलदा सी, पर वो अपने बच्चों नूं कदी नहीं दस्सिया भी उस बंदे को अटैक आया, 4 मिनट जो 10 पांदा डैथ हो गई। बाबा फरीद ये जिहड़े पदार्थ ने ना भरियां हुई ने, भोगण नूं ते बड़ी प्यार नाल लिबड़ियां हुई ने, मिठियां ने बड़ियां। ये पदार्थ बड़े मिठे लगते हैं, पर जो बंदा छड़ के जाता है फिर जान लगे बाबा फरीद जी कहते दुख होता है। इस करके तू कर की रहा कि ना विस गंदलों नूं कट्ठियां करन विच की कर रहे हैं। फरीदा चार गवाया हंड कै चार गवाया। बाबा फरीद जी कहते इन्हां विस गंदलों लई दुनिया के इन्हां पदार्थों लई 4 पैर दिन दे तू दौड़ भज के गवा ले। दौड़दा रहा भी इकट्ठा कर लवां। और देखो प्यारो अज संसार दे विच इस वेले पूरी दुनिया नूं देखो पदार्थां की इस वेले कोई दौड़ नहीं है। एक बंदा सोच रहा बस बच जावां, बस मौत ना आ जाए। मौत तो सारा जगत घबराया होया, सारा संसार घबराया होया, बस किते मौत ना आ जाए, किस तरीके नाल मौत तो बच जावां। ते बाबा फरीद जी कहते ने तू इन्हां विस गंदलों लई दुनिया के होरनां पदार्थां वास्ते 4 पैर दिन दे दौड़ भज के व्यर्थ गुजार दिते हैं। कदी बंदगी नहीं की, शुभ कर्म नहीं किए, कदी नाम नहीं जपया, कदी परोपकार नहीं किया। सिया तू आहों केरे कम। बाबा फरीद जी कहते ने परमात्मा हिसाब मंगेगा, लेखा रब मंगे सिया। रब ने लेखा पूछना है कि तैनू ये मनुखा जीवन दिता सी, तू माँ के गर्भ विच तरला लैंदा सैं कि हे खुदा, हे प्रभु मेरे ते कृपा कर, इस नरक कुंड विचों मैनू कढ़, मैनू संसार बख्श दे। मैं संसार विच जाके इस नरक कुंड तो बाद जदों संसार विच जावांगा तेरी सिफत करांगा, तेरे नाम नू जपांगा, तेरी बंदगी करांगा। और हैरानी की गल कि उत्थे अरदासा करन वाला परमात्मा नू प्रोमिस करन वाला भी इस नरक कुंड विचों कढ़, क्योंकि जिस थां ते इसदा मुख सी माँ के शरीर का सारा गंद बुंद इहदे मुख के कोल नूं होके गुजरदा सी। ये दिन रात अरदासां करदा सी, और संसार दे विच आया बाबा फरीद जी कहते ने यह भुल ही गया भी जिस रब दे नाल मैं वादा किया सी उसने मेरा लेखा भी मंगना है। उस रब ने मैनू पुछना भी है, उसने समझाना सी मैनू संसार दे विच जाण तो पहला तैनू विसर जाना है रब, तैनू भुल जानी सच्चाई, तेरी लिव टुट जानी है। पर मैं समझिया कोई नहीं, मैं कहा मैं जरूर जपांगा। पर की होया कि संसार के पदार्थों में इतना गलतान हो गया कि जिहड़ा लेखा सी परमात्मा नाल पक्का करके आया सी वो लेखा ही भुल गया। असी लेखा भुली बैठे हैं भी लेखा भी देना पैना। ताई गुरु नानक पातशाह ने आख्या नानक आखै रे मना, सुनिए सिख सही, लेखा रब मंगेसिया बैठा कड़ पई। सतगुरु कहने सबना का दर लेखा होए, करनी बाजों तरह ना कोई। सारियां दा लेखा है और सब कुछ लेखे विच ही है। लेखा सास विरास, जितने सास भी ले रहे हैं लेखे विच चल रहा सारा कुछ। गुरबाणी ने कहा कि जो कुछ तेरे जीवन नाल वरत रहा सब एक एक चीज़ का लेखा चल रहा उत्थे। ये गल वखरी तैनू वो लेखा भुलिया होया है, पर हर एक चीज़ लेखे विच है। तो बाबा फरीद जी कहने एक गल दस, लेखा रब मंगे सिया, जो परमात्मा हिसाब मंगेगा। तू मेरे को स्वासां की पूंजी लैके गया सी, कोई साहूकार कोल ना मनुख तन लैके जावे ना, और तन कवे कि मैं तन तो अपने जीवन नू चला लवांगा, मैं व्यापार करांगा, पर व्यापार करन दे नाम ते लिया होया पैसा वो सारा जुए विच हार जावे, तो साहूकार तो पुछेगा भी मैं तैनू व्यापार करन वास्ते दिता सी, नाले तो मैनू मूल दे नाले ब्याज दे, दोनों चाहिए। साडा तो धर्म का लेखा ऐसा बाबा फरीद कहने मूल भी चला गया तो ब्याज भी चला गया, क्योंकि मूल ही गवा लिया तो ब्याज भी चला गया।
परमात्मा ने पूछना है कहाँ ते खटिया कहाँ गवाया, चलो सिताब दीवान बुलाया। की खट के लैके आए, की गवा के आए। सतगुरु कहते रब ने तेरे को जरूर पूछना है। और सच जानना, माँ प्यो भी बच्चे दस हिसाब किताब दे सानू की है। कोई 1000 रुपये दे के अपने बच्चे नूं भेजदा है ना, तो बच्चे को पुछदा है 10,000 रुपये कित्थे कित्थे लाए ने। वो कहना मैं किताबां खरीदियां ने, वो कहना मैं ये समान लिया, मैं किराया लाया। असी अपने बच्चे को लेखा मंगते हाँ तो असी सारा जगत परमात्मा दे बच्चे हाँ, तो परमात्मा ने भी लेखा जोखा पूछना। लेखा रब मंगेसिया तू आहू केरे काम, जगत में तू किस काम लई आया से। उसने भी जगत विच गया सैं, संसार तैनूं दिता, ये संसार सारियां नूं नहीं मिलता। शुकराना करना चाहिए परमात्मा, क्योंकि कई जन्म हिर खरिया, पता नहीं कितने जन्म माता के गर्भ में शरीर साडा बन नहीं सकिया, गर्भ विच खिरदे रहे, नहीं सी मिल रहा। माँ दिन रात अरदासां करदी सी, अरजोइयां कर मैनू दात बख्श। पता नहीं कितनी अरदासां तो बाद तू गर्भ विच खरन, तेरा गर्भ च बनदा सी 2 महीने विच, महीने विच, 3 महीने विच, ऐसे कितने ऐसी देखो बच्चा बन ही नहीं पाता। और गुरबाणी ने पहले ही लिख दिता, कई जन्म गिर करया, कई जन्म साकर उपाया, लख 84 जोन परमाया। भटकदा रहा, इतनी लंबी यात्रा। सतगुर कहते ने एक विचार कर किस काम आया, कदी वो काम विचारे। गुरबाणी ने दिता भी जिस काम वास्ते आए उस काम विकार ज्ञानी जिसे जगाए प्यावे, एह रस अकत कथा सोई विहाजो। जिस काम वास्ते आए साधु कहने तू क्यों नहीं कर नहीं रची ना। उस वेले साडे बार बार सानू संबोधन किया, ए शरीरा मेरेया इस जग में आए आया के कर्म कमाया तुझ शरीरा, जा तू जग में आया जिन हर तेरा रचन रचया, सो हर मन ना वसाया। उस हरि नू मन च ही नहीं वसाया। उसनू महाराज ने फिर ऐसा कहा भी गोबिंद हम ऐसे अपराधी, जदों पता चल गया ना भी वो काम किया नहीं, तो कहने लगे सतगुरु हे परमात्मा असी इहो जे अपराधी हाँ, इहो जे गुनाहगार हाँ। गोबिंद हम ऐसे अपराधी जिन प्रभ जियो पिंड था दिया, तिनकी पाओ भगत ना साधी। जिस परमात्मा ने जिंद दी, ये शरीर पिंड दिता, उसकी प्रेम भगती की कोई नहीं। जिसने तरस किया ये शरीर दिता, इतना अमोलक शरीर, जिस तो बचन वास्ते मनुख हर एक तरला कर रहा है, कारोबार छड़ के बैठा है, सब कुछ कर रहा है, बस शरीर बच जाए। महाराज कहने ऐसे अपराधी हाँ जिस प्रभु ने यह शरीर दिता है, उसकी प्रेमा भगती नहीं कर रहे। तो केड़े काम वास्ते आए, रब ने जरूर पूछना तेरे को। फिर सतगुरु जी कहते ने फरीदा दर दरवाजे जाए कै, क्यों डिठो कड़े तोड़ियां मारियां जाना। पता लगे लोगों को 2 पैर लग गए ने दिन दे। फिर जो तीजा पैर हुंदा सी ते 3 हथौड़ियां उसदे उत्ते पैंदियां सन, 4 पैर ते 4 हथौड़ियां पैंदियां सन, ताकि पता लगे। क्योंकि पुरातन समा सी, घड़ियां है नहीं सन, समा दे मापण दा जिहड़ा कि वो सी पैरां दे हिसाब नाल चलदा सी। एक अंदाज़ा लाए जाते सी भी 1 पैर लंघिया, 2 पैर लंघ गए। दिन दे विच भी इस तरह ही किया जाता सी। पुरातन समय दे विच वेखो कि कोई विरले विरले बंदे कोल घड़ी हुंदी सी, ते पिंड दे बाकी लोग जिहड़े सन घड़ी विचों एक बारी पुछ के ते जिहड़ी सूरज दीयां किरणां हुंदियां सन, शाम दे नाल आइडिया लगा लैंदे सन भी इस वेले 9 बज रहे होणगे, इस वेले 8 बज रहे होणगे। पुरातन समय इस तरह का सी, ते घड़ियाल बजदा सी ठाणियां दे अंदर। तो उस घड़ियाल नूं किते बाबा जी ने जदों जांदे हुए देखा, बड़े हैरान हुए भी इस घड़ियाल दा फिर भी यह हथौड़ा। आखन लगे फरीदा दर दरवाजे जाए कै, क्यों डिठो घड़ियाल। क्यों का अर्थ है कि किसी बूए ते जाके, किसी दरवाजे ते तू जाके कदी घड़ियाल बजदा वेख्या, कदी नाल वेखी। ये निर्दोषा मारी है, एक उस ही मार खांदा, इसका बेचारे दा कोई नहीं। पवे तो पता लगता है गलती भी कोई नहीं इसकी।
गलती तो कोई कुटिया जाए तो पता लगता भी गलती की, पर गलती भी कोई नहीं। ये निर्दोषा जिहड़ा है वो आंदा है। ते कहन लगे बाबा फरीद जी, हम दोषां दा क्या हाल, भला साडे दोषियां दा की हाल होएगा परमात्मा की दरगाह विच। करते हाँ इतनियां गलतियां विच सदों कहंदे ने जेता समुंद जेते ओगुण हमारे, असी खत्ते बहुत कमाउने कमाउण दे अंत ना पारावार। इतने दोष साडे विच, इतने अपराध साडे विच, ऐसे अपराधी हाँ असी, ते ये अपराधी कोई नहीं, ते ये फिर मार खांदा है, ते असी अपराधियां दा परमात्मा की दरगाह विच की हाल होएगा। एक मैनू गाथा चेते आई। एक राजा गोली सी जो राजे वास्ते रोज़ फुल्लां दी सेजा तैयार करदी सी। रोज़ फुल्लां दी सेजा सजानी। एक दिन राजा किते सैर करन गया होया, फुल्लां दी सेजा तैयार कीती। कोहली दे मन विच आया भी एक घड़ी पै के वेख लवां कि इस सेजा ते पैण दा कितना आनंद है। फुल अपने हत्थ नाल तैयार कीते, उस सेजा नूं सुंदर सजाया, क्योंकि राजा रोज़ फुल्लां दी सेजा ते पैंदा सी। बड़ी कोमल सेज। उस गोली ने विचारी ने गुस्ताखी की कि राजे दी सेज दे उत्ते लंबी पई ते बड़ी सेज सुखदाई, बस पैंदे सार ठंडी ठंडी हवा चले सी, नींद आ गई। नींद आ गई, विचारी सो गई। उन्ना चिर दे विच राजा घूम के बाहरों जदों अंदर आया, की वेखदा कि गोली राजे की सेजा ते सुती पई है। एडी वड्डी गुस्ताखी। एक गोली होवे, एक सेवका होवे ते ओ राजे की सेजा दे उत्ते। बस राजे नूं गुस्सा चढ़िया। अपने एहलकारां नूं आख्या भी गुस्ताखी कीती है, जितना भी होवे इसनूं कोड़े की सजा दिओ, वध तो वध कोड़े मारे जाण। हुण हैरानी की गल कि एहलकारां ने जदों गोली नूं कोड़े मारने शुरू कीते, कोड़ा बजदा है, बड़ी उच्ची रोंदी है, चीख निकल जाती है। पर कोड़ा बज के जदों चीख निकलती, रोंदी है उच्ची, फिर हस पैंदी है। फिर दूजा कोड़ा लगता है, फिर रोंदी है। इस तरह कई कोड़े लगे, रोंदी है, कोड़ा लगन तो बाद फिर हस पैंदी है। राजा बड़ा हैरान होया, कहन लगा भी गोली, एक गल मैनूं समझ नहीं आ रही भी जदों कोड़े पै रहे ने तां पीड़ होंदी है, तो रोंदी है, ये गल तो समझ आ रही, पर हसदी क्यों है? हसन का राज समझ नहीं आ रहा। प्यार वाले उस गोली ने कहा, जे बख्शिया तो मैं राज दस देनी है। आखन लगे तू दस, मैनू गल समझ विच नहीं आ रही। आखन लगे राजन, कोड़ा बजदा है ते शरीर छिलिया जाता है, सारे शरीर दे विच पीड़ होंदी है, चीख निकल जाती है, रोना निकल जाता है। कहते हसन का कारण की है? कहते हसन का कारण यह है, मैं हस तां रही हाँ कि इस गोली ने अज अपराध किया है, केवल अज गुस्ताखी की है, और अज की गुस्ताखी दे इतने कोड़े, इतनी मार पै रही है। तो राजन तू तो रोज़ गुस्ताखी करना है, परमात्मा की दरगाह में तेनों कितने कोड़े पैणगे। एक बार उच्चारण करो, सतनाम। उस राजे ने उस गोली के चरण फड़ है, तो मैनू जीवन का सबक दे दिता, जीवन का तजर्बा दस दिता कि वाकई मेरा की हाल होएगा। मैं तो रोज़ अपराध कर रहा, रोज़ गलती, इस सेजा का आनंद माण रहा, मेरा हाल की होएगा। बाबा फरीद जी कहते आ रही है, हम दोषां का क्या हाल, एक घड़ियाल बेदोसा मार खांदा है, भला असा दोषियां का की हाल होएगा। फिर कह रहे हैं, घड़िए घड़िए मारिए पैरी लै सजाए। घड़ियाल नूं हरेक घड़ी पिछों मार पैंदी है, पैरी लै सजाए, हरेक पैर मगरों एक कुट खांदा है। आखन लगे सो हेड़ा घड़ियाल ज्यों, कहते वो घड़ियाल वांग ये शरीर है, दुखी रहन पिया, जिवें घड़ियाल हर पहर तो बाद मार खांदा है, इस तरह ही ये जीवन है। आखन लगे बाबा फरीद जी, कहते ने ये मनुखा शरीर ये विस गंदलों के नाल भरिया होया है, तो सारी उम्र विस गंदलों के खातर ही गुजार दिंदा है। घड़ी पैर, 4 पैर दिन दे 4 रात दे, इन्हां विस गंदलों के विच ही लग्या रहिंदा है। आखन लगे इसकी उम्र रूपी रात दुखों विच ही बीतती है। इन्हां विस गंदला करके मनुखी शरीर की गल कर रहे हैं। कहते जिस तरह घड़ियाल जिहड़ा है वो
ਮਨੁੱਖੀ ਜ਼ਿੰਦਗੀ ਗੰਦਲਾਂ ਦੇ ਗਲਤਾਨ ਹੋਈ, ਇਹ ਵੀ ਹਮੇਸ਼ਾ ਇਹਨਾਂ ਪਦਾਰਥਾਂ ਦੇ ਪਿੱਛੇ ਦੌੜਦੀ ਦੁਖੀ ਹੁੰਦੀ ਹੈ। ਪਦਾਰਥ ਨਾਲ ਜੁੜ ਕੇ ਅੱਜ ਤੱਕ ਕੋਈ ਸੁਖੀ ਨਹੀਂ। ਬਾਬਾ ਫਰੀਦ ਜੀ ਕਹਿੰਦੇ ਨੇ ਇਹਨਾਂ ਪਦਾਰਥਾਂ ਨੇ ਮਨੁੱਖ ਨੂੰ ਦੁਖੀ ਹੀ ਕੀਤਾ ਹੈ। ਪਦਾਰਥ ਕੇਵਲ ਤਾਂ ਕੇਵਲ ਸਰੀਰ ਨੂੰ ਚਲਾਉਣ ਵਾਸਤੇ, ਭੋਜਨ ਇਸ ਵਾਸਤੇ ਸੀ ਕਿ ਭਜਨ ਕਰ ਸਕੀਏ, ਨਾ ਕਿ ਭੋਜਨ ਇਸ ਵਾਸਤੇ ਸੀ ਸਰੀਰ ਬੰਦਗੀ ਜੋਗਾ ਰਹਿ ਸਕੇ। ਇਹ ਸਰੀਰ ਜਿਹੜਾ ਇਤਨੀ ਤਾਕਤ ਭੋਜਨ ਭਜਨ ਕਰਦਾ ਰਹੇ। ਪਰ ਮਨੁੱਖ ਇਹਨਾਂ ਵਿਸ ਗੰਦਲਾਂ ਨੂੰ ਹੀ ਆਪਣੇ ਜੀਵਨ ਦਾ ਬਾਬਾ ਫਰੀਦ ਜੀ ਕਹਿੰਦੇ ਆਧਾਰ ਬਣਾ ਬੈਠਾ, ਔਰ ਸਾਰੀ ਉਮਰ ਇਹਨਾਂ ਨੂੰ ਇਕੱਠੀ ਕਰਨ ਦੇ ਵਿੱਚ ਬਤੀਤ ਕਰ ਲਈ। ਕਹਿੰਦੇ ਇਹ ਜ਼ਿੰਦਗੀ ਰੂਪੀ ਰਾਤ ਜਿਹੜੀ ਸੀ ਇਸ ਦੀ ਦੁੱਖਾਂ ਦੇ ਵਿੱਚ ਹੀ ਬਤੀਤ ਹੁੰਦੀ ਹੈ। ਇਹ ਦੁੱਖਾਂ ਵਿੱਚ ਹੀ ਜ਼ਿੰਦਗੀ ਬਤੀਤ ਕਰਦਾ ਹੈ। ਔਰ ਜਦੋਂ ਤੱਕ ਮਨੁੱਖ ਇਹਨਾਂ ਪਦਾਰਥਾਂ ਦੇ ਮਗਰ ਦੌੜੇਗਾ, ਬਾਬਾ ਫਰੀਦ ਜੀ ਕਹਿੰਦੇ ਨਹੀਂ ਕਰ ਸਕਦਾ। ਸੋ ਬਾਬਾ ਫਰੀਦ ਜੀ ਦੇ ਬਚਨਾਂ ਨੂੰ ਆਪਾਂ ਜੀਵਨ ਦੇ ਵਿੱਚ ਕਮਾਈਏ ਅਤੇ ਇਹਨਾਂ ਬਚਨਾਂ ਦੇ ਮੁਤਾਬਿਕ ਆਪਣੀ ਜ਼ਿੰਦਗੀ ਨੂੰ ਢਾਲੀਏ ਕਿ ਜੇ ਆਪਣੀ ਜ਼ਿੰਦਗੀ ਦਾ ਏਮ ਹੀ ਕੇਵਲ ਪਦਾਰਥ ਬਣ ਕੇ ਹੈ, ਸੰਸਾਰ ਦੀਆਂ ਵਸਤੂਆਂ ਨੇ, ਇਹ ਵਿਸ ਗੰਧਲਾਂ ਨੇ, ਤੇ ਇਹ ਵਿਸ ਨਾਲ ਜੁੜਿਆ ਅੱਜ ਤੱਕ ਮੈਨੂੰ ਕੋਈ ਸੁਖੀ ਨਹੀਂ ਹੋਇਆ। ਤਾਂ ਹੀ ਮਹਾਰਾਜ ਨੇ ਕਿਹਾ ਕਿ ਵਾਲੀ ਰੋਬੈ ਨਾਏ ਪਤਾਰ, ਨਾਨਕ ਦੁਖੀਆ ਸਭ ਸੰਸਾਰ। ਸਾਰਾ ਸੰਸਾਰ ਦੁਖੀ ਹੈ ਔਰ ਇਹ ਸੰਸਾਰ ਦੁਖੀ ਹੁੰਦਾ ਰਹੇਗਾ। ਗੁਰੂ ਕਿਰਪਾ ਕਰੇ। ਇਹ ਵਿਚਾਰਾਂ ਦੀ ਸਾਂਝ ਕੀਤੀ ਹੈ। ਆਪ ਸੰਗਤਾਂ ਜਿੱਥੇ ਵੀ ਬੈਠ ਕੇ ਇਹ ਵਚਨ ਸਰਵਣ ਕੀਤੇ ਨੇ ਜਾਂ ਸੰਗਤਾਂ ਬਾਅਦ ਦੇ ਵਿੱਚ ਸਰਵਣ ਕਰਨਗੀਆਂ, ਗੁਰੂ ਸਾਹਿਬ ਸਾਨੂੰ ਆਤਮਿਕ ਜੀਵਨ ਦੀ ਸੋਝੀ ਬਖਸ਼ਣ ਅਤੇ ਅਸੀਂ ਹੈ ਜੋ ਜੀਵਨ ਪ੍ਰਾਪਤੀ ਜਿਸ ਕਰਕੇ ਹੋਈ ਹੈ ਉਹ ਕਰ ਸਕੀਏ। ਕਿਤੇ ਐਸਾ ਨਾ ਹੋਵੇ ਕਿ ਰੈਣ ਗਵਾਈ ਸੋਏ ਕੈ, ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ ਕੋਡੀ ਬਦਲੇ ਜਾਏ, ਨਾਮ ਨਾ ਜਾਣਿਆ ਰਾਮ ਕਾ ਮੂੜੇ, ਫਿਰ ਪਾਛੇ ਪਛਤਾਏ ਦੇ। ਜੇ ਪਛਤਾਵੇ ਰਹਿ ਜਾਣਾ, ਇਹ ਪਛਤਾਵਾ ਜ਼ਿੰਦਗੀ ਵਿੱਚ ਨਾ ਹੋਏ, ਇਸ ਵਾਸਤੇ ਨਾਮ ਦੇ ਧਾਰਨੀ ਬਣ ਕੇ ਗੁਰੂ ਦੇ ਚਰਨਾਂ ਨਾਲ ਜੁੜੀਏ, ਆਪਣੇ ਜੀਵਨ ਨੂੰ ਸਫਲਾ ਕਰੀਏ। ਸਾਰੇ ਸੰਸਾਰ ਦੇ ਭਲੇ ਲਈ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਹੈ ਕਿ ਸਤਿਗੁਰ ਕਿਰਪਾ ਕਰੋ, ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿਤ ਦੁਆਰ ਹੈ ਉਭਰੈ ਤਿਤੈ ਲਿਓ ਉਬਾਰ। ਜਿਸ ਦੁਆਰ ਤੋਂ ਵੀ ਇਸ ਮਨੁੱਖ ਦਾ ਉਧਾਰ ਹੁੰਦਾ ਹੋਵੇ, ਹੇ ਪ੍ਰਭੂ ਕਿਰਪਾ ਕਰ, ਇਹਨਾਂ ਕਲਯੁਗੀ ਜੀਵਾਂ ਦਾ ਉਧਾਰ ਕਰ ਅਤੇ ਆਈ ਆਪਦਾ ਤੋਂ ਸਤਿਗੁਰ ਸਾਰਿਆਂ ਨੂੰ ਬਚਾਉਣ। ਇਹੀ ਅਰਦਾਸ ਹੈ। ਇਤਨੇ ਵਚਨ ਪ੍ਰਵਾਨ। ਅਨੰਤ ਭੁੱਲਾਂ ਦੀ ਖਿਮਾ, ਫਤਿਹ ਦੀ ਸਾਂਝ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀ। ਗਿਆਨ ਧਿਆਨ ਕੀ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰੂ ਨਾਨਕ, ਜਿਨ ਕਲ ਰਾਖੀ ਮੇਰੀ। ਵਾਹਿਗੁਰੂ ਸਾਹਿਬ ਜੀ। ਸੋਹੀ ਮਹਲਾ ਚੌਥਾ। जिनके अंतर बसया मेरा हर हर, तिनके सब रोग गवाए। ते मुक्त भय जिन हर नाम ध्याया, तिन पवित्र परम पद पाए। हर जन बचनी जिन्ना जप्या मेरा हर हर, तिनके हो मैं रोग गए रहो। ब्रह्मा विष्णु महादेव त्रय गुण रोगी कमाई, जिनकी लैब पुड़े हर गुरु हो में रोग सब जगत व्याप्या। तिनको जन्म मरण दुख भारी, गुर प्रसादी को विला छूटै। तिस जन को हों बलहारी, जिन शिष्ट साजी सोई हर जाने।
ताका रूप अपारो। नानक आपे वेख हर विकसै, गुरमुख ब्रह्म विचारो। जिन सिठ साची सोई हर जानै, ताका रूप अपारो। नानक आपे वेख हर विकसै, गुरमुख ब्रह्म विचारो। वाहिगुरू जी का खालसा, वाहिगुरू जी की फतेह। सोहेला राग घोड़ी दीप की महला पहला एक ओंकार सतगुर प्रसाद। जय कर कीरत आखिए करते का होए विचारो। तित कर गावो सोहेला सिमरियो सिरजनहारो। तुम गावो मेरे निरभव का सोहेला हूँ बारिज सोहेला सदा सुख होए रहाओ। नित नित जियाड़े संभालियन देखेगा देवनहार। तेरे दान ने कीमत ना पवै तिस दाते कवन सुमार। सम्मत साल लिखिया मिलकर पावो तेल। देहो सज्जन असी सड़ियाँ जो होवै साहिब सो मेल। कर कर एहो पहुँचा सदड़े नित पवन। सदन हारा सिमरिए नानक से दे आवन। राग आसा महला पहला। छे घर छे गुर छे उपदेश गुर गुर एको वेश। अनेक बाबा जय कर करते कीरत होए। सो कर राख बढ़ाई तोय रहाओ। विसवे चसियाँ कढ़ियाँ पैरां तती बारी। महा हुआ सूरज एको रुत अनेक। नानक करते के केते वेश। राग तनासी महला पहला। गगन में थाल रवचंद दीपक बने। तारका मंडल जनक मोती। तो बने आलो पवन चबरो करे। सगल बन राय फुलंत ज्योति। कैसी आरती होए बहुखंडा तेरी आरती। अनहता शब्द बाजंत पेहरी रहाओ। सहस तब नैन नैन है तोय को। सहस मूर्त नायक तो ही। सहस पद विमलन एक पद गंध बिन। सहस तब गंध इव चरत मोही। सब में जो जोत है सोय तिस दय चानन। सब में चानन होए गुर साखी। जोत प्रगट होए जो तिस भावै सो आरती होए। हर चरण कवन मकरंदो इत मनोंदिनो मोहि आहि प्यासा। कृपा जल दे नानक सारंग को। होए जाते तिरनाय वासा। राग गोड़ी पूरी महला चौथा। काम क्रोध नगर पोह भरया। मिल साधु खंडल खंडाहे। पूरव लिखा लिखे गुर पाया। मन हली मंडल मंडाहे। कर साधु अंजलि पन बड्डाहे। कर डंडोत पन बड्डाए रहाओ। साकत हर साध न जाण्या तिन अंतर हूँ मैं कंडाहे। जो जो चलै वह दुख पावै जम काल सहज से डंडाहे। हर जन हर हर नाम समाने। दुख जन्म मरण बहु खंडाहे। अविनाशी प्रभ पाया परमेश्वर बहुत सौ खंड ब्रह्मंडाहे। हम गरीब मस्कीन प्रभ तेरे हर राख राख बड़ बड्डाहे। जन नानक नाम धार टेक है। हर नामे ही सुख मंडाहे। राग गोड़ी पूरी महला पंजवा। करो विनंती सुनो मेरे मेता। सन टहल की वेला। इहाँ खाट चलो हर लाहा। आगे वसन स्वेला। उत्कटै धनस रह नारे। मन गुण मिलका सवारे रहाओ। ए संसार विकार संशय मैं तरियो। ब्रह्म ज्ञानी जिसै जगाए प्यावै। एह रस अकथ कथा तिन जानी। जाकू आए सोई विहाजो। हर गुर ते मनै बसेरा। निज कर महल पावो सुख सहजे। बहु न होए गो फेरा। अंतर जामी पुरख विधाते। श्रद्धा मन की पूरे। नानक यह सुख मांगै। मुख कर संतन की धूरे। अंतर पुरख विधाते। श्रद्धा पूरे। नानक दास यह सुख मुख कर संतन की धूरे। वाहिगुरु जी का खालसा वाहिगुरु जी की फतेह।